श्री अकाल, मैं हाँ दीपिका खोसला ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਉੱਤੇ। ਪੰਜਾਬੀ ਵਿਦਿਆਰਥੀਆਂ ਲਈ ਕੈਨੇਡਾ ਦੇ ਦਰਵਾਜ਼ੇ ਬੰਦ, ਸਟੱਡੀ ਤੇ ਵਰਕ ਪਰਮਿਟਾਂ ਵਿੱਚ ਕੀਤੀ ਗਈ ਵੱਡੀ ਕਟੌਤੀ। G7 ਦੇਸ਼ਾਂ ਦੇ ਵਿੱਤ ਮੰਤਰੀ 3 ਰੋਜ਼ਾ ਸੰਮੇਲਨ ਲਈ ਬੈਂਫ ਪੁੱਜੇ, ਅਰਥ ਵਿਵਸਥਾ, ਯੂਕਰੇਨ ਅਤੇ AI ਉੱਤੇ ਕਰਨਗੇ ਚਰਚਾ। ओंटारियो ਤੇ क्यूबैक ਵਿੱਚ ਬੈਲ ਦੀਆਂ ਸੇਵਾਵਾਂ ਬਹਾਲ ਹੋਈਆਂ, ਲੈਂਡਲਾਈਨ ਤੇ ਮੋਬਾਈਲ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਈਆਂ ਸਨ। ਸਟ੍ਰੀਮਿੰਗ ਪਲੇਟਫਾਰਮਾਂ ਵਾਸਤੇ ਫ੍ਰੈਂਚ ਭਾਸ਼ਾ ਵਿੱਚ ਸਮੱਗਰੀ ਲਈ ਕੋਟਾ ਨਿਰਧਾਰਤ, ਨਵਾਂ ਕਾਨੂੰਨ ਸਪੋਟੀਫਾਈ ਅਤੇ ਨੈਟਫਲਿਕਸ ਵਰਗੀਆਂ ਸੇਵਾਵਾਂ ਉੱਤੇ ਹੋਵੇਗਾ ਲਾਗੂ। ਤੇ ਹੁਣ ਖਬਰਾਂ ਦਾ ਵਿਸਥਾਰ। ਕੈਨੇਡਾ ਵਿੱਚ ਪੜ੍ਹਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ ਹੈ। ਕੈਨੇਡਾ ਨੇ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕਰਨ ਵਿੱਚ ਵੱਡੀਆਂ ਕਟੌਤੀਆਂ ਕੀਤੀਆਂ ਹਨ। 2025 ਦੀ ਪਹਿਲੀ ਤਿਮਾਹੀ ਵਿੱਚ ਇਹ ਗਿਣਤੀ ਘਟ ਕੇ 31% ਰਹਿ ਗਈ ਹੈ। ਜਨਵਰੀ ਤੋਂ ਮਾਰਚ 2025 ਦਰਮਿਆਨ ਸਿਰਫ 30,640 ਵਿਦਿਆਰਥੀਆਂ ਨੂੰ ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦੋਂ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ ਗਿਣਤੀ 44,295 ਸੀ। ਇਹ ਗਿਰਾਵਟ ਅਜਿਹੇ ਸਮੇਂ ਦਰਜ ਕੀਤੀ ਗਈ ਹੈ ਜਦੋਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਉੱਤੇ ਪਾਬੰਦੀਆਂ ਲਗਾਤਾਰ ਵਧ ਰਹੀਆਂ ਹਨ। ਕੈਨੇਡੀਅਨ ਸਰਕਾਰ ਦੀਆਂ ਨਵੀਆਂ ਨੀਤੀਆਂ ਤੇ ਪਾਬੰਦੀਆਂ ਕਾਰਨ ਨਾ ਸਿਰਫ ਭਾਰਤ ਤੋਂ ਸਗੋਂ ਦੂਜੇ ਦੇਸ਼ਾਂ ਤੋਂ ਵੀ ਵਿਦਿਆਰਥੀ ਵੀਜ਼ਾ ਦਰਾਂ ਘਟੀਆਂ ਹਨ। 2024 ਦੀ ਪਹਿਲੀ ਤਿਮਾਹੀ ਵਿੱਚ ਕੁੱਲ 1,21,070 ਸਟੱਡੀ ਪਰਮਿਟ ਜਾਰੀ ਕੀਤੇ ਗਏ ਸਨ, ਜਦੋਂ ਕਿ 2025 ਵਿੱਚ ਇਹ ਅੰਕੜਾ ਘਟ ਕੇ 96,015 ਰਹਿ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਹ ਗਿਰਾਵਟ ਹੋਰ ਵੀ ਡੂੰਘੀ ਹੋਣ ਦੀ ਸੰਭਾਵਨਾ ਹੈ। 2023 ਦੇ ਆਖਰੀ ਮਹੀਨਿਆਂ ਤੋਂ ਕੈਨੇਡੀਅਨ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਪਿੱਛੇ ਮੁੱਖ ਕਾਰਨ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੀ ਆਬਾਦੀ, ਰਿਹਾਇਸ਼ ਦੀ ਘਾਟ ਅਤੇ ਸਿਹਤ ਅਤੇ ਆਵਾਜਾਈ ਸਹੂਲਤਾਂ ਉੱਤੇ ਵੱਧਦਾ ਦਬਾਅ ਹੈ। 28 ਅਪ੍ਰੈਲ 2025 ਨੂੰ ਹੋਈਆਂ ਸੰਘੀ ਚੋਣਾਂ ਤੋਂ ਬਾਅਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਸਰਕਾਰ ਵਿੱਚ ਵਾਪਸ ਆਏ ਅਤੇ ਉਹਨਾਂ ਨੇ ਖਾਸ ਤੌਰ ਉੱਤੇ ਕਿਹਾ ਕਿ 2027 ਤੱਕ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਸਮੇਤ ਅਸਥਾਈ ਨਿਵਾਸੀਆਂ ਦੀ ਗਿਣਤੀ ਦੇਸ਼ ਦੀ ਕੁੱਲ ਆਬਾਦੀ ਦੇ 5% ਤੋਂ ਵੱਧ ਨਹੀਂ ਹੋਵੇਗੀ। ਉਹਨਾਂ ਦਾ ਰੁਖ ਦਰਸਾਉਂਦਾ ਹੈ ਕਿ ਇਸ ਸਮੇਂ ਇਹਨਾਂ ਨੀਤੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਸਰਕਾਰੀ ਅੰਕੜਿਆਂ ਅਨੁਸਾਰ 2023 ਵਿੱਚ ਕੈਨੇਡਾ ਨੇ ਕੁੱਲ 6,81,155 ਸਟੱਡੀ ਪਰਮਿਟ ਜਾਰੀ ਕੀਤੇ ਸਨ, ਜਿਨ੍ਹਾਂ ਵਿੱਚੋਂ 2,78,045 ਭਾਰਤੀ ਵਿਦਿਆਰਥੀਆਂ ਨੂੰ ਦਿੱਤੇ ਗਏ ਸਨ। ਇਸ ਦੇ ਨਾਲ ਹੀ 2024 ਵਿੱਚ ਇਹ ਅੰਕੜਾ ਘਟ ਕੇ 5,16,275 ਹੋ ਗਿਆ ਅਤੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਘਟ ਕੇ 1,88,465 ਹੋ ਗਈ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ 18 ਸਤੰਬਰ 2024 ਨੂੰ ਸਪਸ਼ਟ ਕੀਤਾ ਸੀ ਕਿ 2025 ਲਈ ਸਟੱਡੀ ਪਰਮਿਟਾਂ ਦੀ ਵੱਧ ਤੋਂ ਵੱਧ ਸੀਮਾ 4,37,000 ਹੋਵੇਗੀ, ਜੋ ਕਿ 2024 ਲਈ 4,85,000 ਦੇ ਟੀਚੇ ਤੋਂ ਬਹੁਤ ਘੱਟ ਹੈ। ਕੈਨੇਡੀਅਨ ਸਰਕਾਰ ਨੇ 1 ਜਨਵਰੀ 2024 ਤੋਂ ਸਟੱਡੀ ਵੀਜ਼ਾ ਲਈ ਵਿੱਤੀ ਯੋਗਤਾ ਸ਼ਰਤਾਂ ਨੂੰ ਵੀ ਸਖਤ ਕਰ ਦਿੱਤਾ ਹੈ। ਹੁਣ ਇੱਕ ਸਿੰਗਲ ਬਿਨੇਕਾਰ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਸ ਕੋਲ 20,635 ਕੈਨੇਡੀਅਨ ਡਾਲਰ ਦਾ ਫੰਡ ਹੈ, ਜਦੋਂ ਕਿ ਪਹਿਲਾਂ ਇਹ ਸੀਮਾ 10,000 ਕੈਨੇਡੀਅਨ ਡਾਲਰ ਸੀ। ਇਸ ਤੋਂ ਇਲਾਵਾ 7 ਦਸੰਬਰ 2023 ਨੂੰ IRCC ਨੇ ਇਹ ਵੀ ਐਲਾਨ ਕੀਤਾ ਕਿ ਸਾਰੀਆਂ ਨਵੀਆਂ ਅਰਜ਼ੀਆਂ ਵਿੱਚ ਵਿਦਿਆਰਥੀਆਂ ਦੇ ਸਵੀਕ੍ਰਿਤੀ ਪੱਤਰ ਦੀ ਪੁਸ਼ਟੀ ਕਰਨੀ ਪਵੇਗੀ। G7 ਮੁਲਕਾਂ ਦੇ ਵਿੱਤ ਮੰਤਰੀ ਅਲਬਰਟਾ ਦੇ ਬੈਂਫ ਵਿੱਚ ਇਕੱਠੇ ਹੋਏ ਹਨ, ਜਿੱਥੇ ਬੰਦ ਦਰਵਾਜ਼ੇ ਪਿੱਛੇ ਹੋਣ ਵਾਲੀਆਂ ਚਰਚਾਵਾਂ ਵਿੱਚੋਂ ਵਿਸ਼ਵ ਅਰਥ ਵਿਵਸਥਾ, ਯੂਕਰੇਨ ਜੰਗ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਗੇ ਵਿਸ਼ਿਆਂ ਉੱਤੇ ਗੱਲ ਕਰਨਗੇ। ਮੰਗਲਵਾਰ ਤੋਂ ਸ਼ੁਰੂ ਹੋ ਕੇ ਵੀਰਵਾਰ ਨੂੰ ਸਮਾਪਤ ਹੋਣ ਵਾਲੀ ਇਹ ਬੈਠਕ ਜੂਨ ਵਿੱਚ ਐਲਬਰਟਾ ਦੇ ਕੈਨਾਨੈਸਕਿਸ ਵਿੱਚ ਆਯੋਜਿਤ ਹੈ, ਜੋ G7 ਸੰਮੇਲਨ ਤੋਂ ਪਹਿਲਾਂ ਦੀ ਤਿਆਰੀ ਹੈ। G7 ਲੀਡਰਾਂ ਦਾ ਸੰਮੇਲਨ 15 ਜੂਨ ਤੋਂ 17 ਜੂਨ ਤੱਕ ਚੱਲੇਗਾ। ਇਹ ਬੈਠਕ ਅਜਿਹੇ ਸਮੇਂ ਵਿੱਚ ਹੋ ਰਹੀ ਹੈ ਜਦੋਂ ਟਰੰਪ ਦੇ ਟੈਰਿਫਾਂ ਕਰਕੇ ਬਹੁਤ ਸਾਰੇ ਦੇਸ਼ ਅਮਰੀਕਾ ਤੇ ਹੋਰ ਦੇਸ਼ਾਂ ਨਾਲ ਵਪਾਰਕ ਸੰਬੰਧਾਂ ਨੂੰ ਮੁੜ ਪਰਿਭਾਸ਼ਿਤ ਕਰਨ ਉੱਤੇ ਵਿਚਾਰ ਕਰ ਰਹੇ ਹਨ। ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੀਆਂ ਬੈਠਕਾਂ ਦੀ ਅਗਵਾਈ ਕੈਨੇਡਾ ਦੇ ਵਿੱਤ ਮੰਤਰੀ ਫ੍ਰਾਂਸਵਾ ਫਿਲਿਪ ਸ਼ੈਂਪੇਨ ਅਤੇ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਕਰਨਗੇ। ਸ਼ੈਂਪੇਨ ਦੇ ਬੁਲਾਰੇ ਨੇ ਕਿਹਾ ਕਿ ਵਿੱਤ ਮੰਤਰਾਲਾ ਪ੍ਰਧਾਨ ਮੰਤਰੀ ਦਫ਼ਤਰ ਨਾਲ ਮਿਲ ਕੇ ਮੀਟਿੰਗਾਂ ਅਤੇ ਲੀਡਰਾਂ ਦੇ ਸੰਮੇਲਨ ਲਈ ਤਰਜੀਹਾਂ ਮੁੱਦਿਆਂ ਉੱਤੇ ਕੰਮ ਕਰ ਰਿਹਾ ਹੈ। ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਉਹ ਕਿਹੜੇ ਖਾਸ ਸਮਝੌਤੇ ਕਰਨਾ ਚਾਹੁੰਦਾ ਹੈ। ਟੈਰਿਫਾਂ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਬਾਵਜੂਦ ਬੁਲਾਰੇ ਨੇ ਕਿਹਾ ਕਿ ਇਹ ਬੈਠਕ ਦੇਸ਼ਾਂ ਲਈ ਇਕੱਠੇ ਮਿਲ ਕੇ ਕੰਮ ਕਰਨ ਦਾ ਮੌਕਾ ਹੋਵੇਗੀ। ਅਮਰੀਕੀ ਖਜ਼ਾਨਾ ਮੰਤਰੀ ਸਕਾਟ ਬੈਸੈਂਟ ਦੇ ਦਫ਼ਤਰ ਨੇ ਪੁਸ਼ਟੀ ਕੀਤੀ ਕਿ ਉਹ ਮੀਟਿੰਗ ਵਿੱਚ ਸ਼ਾਮਲ ਹੋਣਗੇ। ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਵਿਸ਼ਵ ਬੈਂਕ ਦੇ ਮੁਖੀ ਵੀ ਬੈਂਫ ਪਹੁੰਚ ਰਹੇ ਹਨ। G7 ਦੇਸ਼ਾਂ ਵਿੱਚ ਕੈਨੇਡਾ, ਅਮਰੀਕਾ, ਫਰਾਂਸ, ਜਰਮਨੀ, ਇਟਲੀ, ਜਾਪਾਨ ਅਤੇ ਅਮਰੀਕਾ ਸ਼ਾਮਲ ਹਨ।
ਬੈਲ ਕੈਨੇਡਾ ਦਾ ਕਹਿਣਾ ਹੈ ਕਿ ਓਨਟਾਰੀਓ ਅਤੇ ਕਿਊਬੈਕ ਵਿੱਚ ਉਸ ਦੀਆਂ ਸੇਵਾਵਾਂ ਪੂਰੀ ਤਰ੍ਹਾਂ ਬਹਾਲ ਹੋ ਗਈਆਂ ਹਨ। ਅੱਜ ਸਵੇਰੇ ਓਨਟਾਰੀਓ ਅਤੇ ਕਿਊਬੈਕ ਵਿੱਚ ਕੈਨੇਡਾ ਦੇ ਹਜ਼ਾਰਾਂ ਉਪਭੋਗਤਾ ਸੇਵਾਵਾਂ ਤੋਂ ਸੱਖੜੇ ਹੋ ਗਏ ਸਨ। ਸੇਵਾਵਾਂ ਠੱਪ ਹੋਣ ਦੀ ਜਾਣਕਾਰੀ ਰੱਖਣ ਵਾਲੇ ਟਰੈਕਰ ਡਾਊਨ ਡਿਟੈਕਟਰ ਅਨੁਸਾਰ ਸਵੇਰੇ 9:30 ਤੇ ਸ਼ਿਕਾਇਤਾਂ ਦੀ ਗਿਣਤੀ 1,33,000 ਸੀ, ਪਰ 12 ਵਜੇ ਤੱਕ ਇਹ ਗਿਣਤੀ 1500 ਸ਼ਿਕਾਇਤਾਂ ਉੱਤੇ ਆ ਗਈ ਸੀ। ਜ਼ਿਆਦਾਤਰ ਸ਼ਿਕਾਇਤਾਂ ਲੈਂਡਲਾਈਨ ਅਤੇ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਲੈ ਕੇ ਸਨ। ਬੈਲ ਕੈਨੇਡਾ ਨੇ ਕਿਹਾ ਕਿ ਕੰਪਨੀ ਦੇ ਰਾਊਟਰਾਂ ਵਿੱਚ ਇੱਕ ਅਪਡੇਟ ਕੀਤੀ ਗਈ ਸੀ, ਜਿਸ ਕਰਕੇ ਸੇਵਾਵਾਂ ਵਿੱਚ ਵਿਘਨ ਪਿਆ। ਸੇਵਾਵਾਂ ਬਹਾਲ ਕਰਨ ਲਈ ਰਾਊਟਰ ਦੀ ਅਪਡੇਟ ਵਾਪਸ ਲੈ ਲਈ ਗਈ ਹੈ। ਬੈਲ ਨੇ ਕਿਹਾ ਕਿ ਸਾਡੀਆਂ ਨੈਟਵਰਕ ਟੀਮਾਂ ਇੱਕ ਮੁਕੰਮਲ ਸਮੀਖਿਆ ਕਰ ਰਹੀਆਂ ਹਨ ਤਾਂ ਕਿ ਇਸ ਕਿਸਮ ਦੀ ਸਥਿਤੀ ਦੁਬਾਰਾ ਨਾ ਪੈਦਾ ਹੋਵੇ। ਅਸੀਂ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ ਤੇ ਉਪਭੋਗਤਾਵਾਂ ਦੇ ਸਬਰ ਦਾ ਸ਼ੁਕਰੀਆ ਕਰਦੇ ਹਾਂ। ਗੌਰਤਲਬ ਹੈ ਕਿ 2022 ਵਿੱਚ ਰੋਜਰਸ ਟੈਲੀਕਾਮ ਵਿੱਚ ਵੱਡੇ ਵਿਘਨ ਕਰਕੇ 12 ਮਿਲੀਅਨ ਲੋਕਾਂ ਦੀ ਇੰਟਰਨੈਟ ਸੇਵਾ ਠੱਪ ਹੋ ਗਈ ਸੀ, ਜਿਸ ਤੋਂ ਬਾਅਦ ਕੈਨੇਡਾ ਦੇ ਟੈਲੀਕਾਮ ਰੈਗੂਲੇਟਰ ਨੇ ਨਵੇਂ ਨਿਯਮ ਬਣਾਏ ਸਨ, ਜਿਨ੍ਹਾਂ ਤਹਿਤ ਕੰਪਨੀਆਂ ਨੂੰ ਕਿਸੇ ਵੀ ਵੱਡੇ ਸੇਵਾ ਵਿਘਨ ਨੂੰ 2 ਘੰਟਿਆਂ ਦੇ ਅੰਦਰ ਰਿਪੋਰਟ ਕਰਨਾ ਲਾਜ਼ਮੀ ਹੈ। ਉਸੇ ਸਾਲ ਬੈਲ, ਰੋਜਰ, ਟੈਲ ਸਮੇਤ ਦਰਜਨ ਤੋਂ ਵੱਧ ਕੈਨੇਡੀਅਨ ਟੈਲੀਕਾਮ ਕੰਪਨੀਆਂ ਨੇ ਇੱਕ ਸਮਝੌਤਾ ਪੱਤਰ ਉੱਤੇ ਦਸਤਖਤ ਕੀਤੇ ਸਨ, ਜਿਸ ਅਨੁਸਾਰ ਸੇਵਾ ਵਿਘਨ ਜਾਂ ਗੰਭੀਰ ਆਪਦਾ ਦੇ ਸਮੇਂ ਉਹਨਾਂ ਨੇ ਐਮਰਜੈਂਸੀ ਰੋਮਿੰਗ, ਆਪਸੀ ਸਹਿਯੋਗ ਅਤੇ ਲੋਕਾਂ ਦੇ ਸਰਕਾਰ ਨਾਲ ਸੰਚਾਰ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਸੀ। ਕਿਊਬੈਕ ਦੇ ਸੱਭਿਆਚਾਰ ਮੰਤਰੀ ਮੈਥਿਊ ਲੈਕੋਂਬੇ ਨੇ ਅੱਜ ਇੱਕ ਬਿੱਲ ਪੇਸ਼ ਕੀਤਾ ਜੋ ਸਟ੍ਰੀਮਿੰਗ ਪਲੇਟਫਾਰਮਾਂ ਲਈ ਫ੍ਰੈਂਚ ਭਾਸ਼ਾ ਦੀ ਸਮੱਗਰੀ ਸ਼ਾਮਲ ਕਰਨਾ ਅਤੇ ਇਸ ਨੂੰ ਉਪਭੋਗਤਾ ਲਈ ਵਧੇਰੇ ਆਸਾਨੀ ਨਾਲ ਪਹੁੰਚਯੋਗ ਬਣਾਉਣਾ ਲਾਜ਼ਮੀ ਕਰੇਗਾ। ਬਿੱਲ 109 ਉੱਤੇ 1 ਸਾਲ ਤੋਂ ਵੀ ਵੱਧ ਸਮੇਂ ਤੋਂ ਕੰਮ ਚੱਲ ਰਿਹਾ ਹੈ। ਇਹ ਪਹਿਲੀ ਵਾਰੀ ਹੈ ਜਦੋਂ ਕਿਊਬੈਕ ਸਰਕਾਰ ਨੈਟਫਲਿਕਸ, ਡਿਜ਼ਨੀ ਅਤੇ ਸਪੋਟੀਫਾਈ ਵਰਗੇ ਵੱਡੇ ਸਟ੍ਰੀਮਿੰਗ ਪਲੇਟਫਾਰਮਸ ਲਈ ਫ੍ਰੈਂਚ ਭਾਸ਼ਾ ਵਿੱਚ ਸਮੱਗਰੀ ਲਈ ਇੱਕ ਪ੍ਰਤੱਖ ਕੋਟ ਨਿਰਧਾਰਿਤ ਕਰ ਰਹੀ ਹੈ। ਇਹ ਬਿੱਲ ਸਰਕਾਰ ਨੂੰ ਸਟ੍ਰੀਮਿੰਗ ਪਲੇਟਫਾਰਮਾਂ ਉੱਤੇ ਫ੍ਰੈਂਕੋਫੋਨ ਸੰਗੀਤ, ਫਿਲਮ ਅਤੇ ਹੋਰ ਸਮੱਗਰੀ ਲਈ ਕੋਟਾ ਨਿਰਧਾਰਿਤ ਕਰਨ ਦੀ ਆਗਿਆ ਦੇਵੇਗਾ। ਇਸ ਵਿੱਚ ਡਿਜੀਟਲ ਪਲੇਟਫਾਰਮਾਂ ਨੂੰ ਕਿਊਬੈਕ ਸਰਕਾਰ ਨਾਲ ਰਜਿਸਟਰ ਕਰਨ ਅਤੇ ਇਹ ਯਕੀਨੀ ਬਣਾਉਣ ਦੀ ਵੀ ਲੋੜ ਹੋਵੇਗੀ ਕਿ ਉਹਨਾਂ ਦਾ ਡਿਫਾਲਟ ਇੰਟਰਫੇਸ ਫ੍ਰੈਂਚ ਵਿੱਚ ਹੈ। ਨਾਲ ਹੀ ਇਸ ਕਾਨੂੰਨ ਰਾਹੀਂ ਕਿਊਬੈਕ ਦੇ ਮਨੁੱਖੀ ਅਧਿਕਾਰ ਚਾਰਟਰ ਵਿੱਚ ਇਹ ਅਧਿਕਾਰ ਵੀ ਸ਼ਾਮਲ ਕੀਤਾ ਜਾਵੇਗਾ ਕਿ ਲੋਕਾਂ ਨੂੰ ਫ੍ਰੈਂਚ ਭਾਸ਼ਾ ਵਿੱਚ ਸੱਭਿਆਚਾਰਕ ਸਮੱਗਰੀ ਤੱਕ ਪਹੁੰਚ ਮਿਲੇ। ਕਿਊਬੈਕ ਦੇ ਸੱਭਿਆਚਾਰ ਮੰਤਰੀ ਮੈਥਿਊ ਲੈਕੋਂਬੇ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਕਿਊਬੈਕ ਸਟ੍ਰੀਮਿੰਗ ਸੇਵਾਵਾਂ ਬਾਰੇ ਯੂਰਪੀਅਨ ਯੂਨੀਅਨ ਦੇ ਦੇਸ਼ਾਂ ਦੀ ਨੀਤੀ ਦੀ ਪਾਲਣਾ ਕਰ ਰਿਹਾ ਹੈ, ਜਿਸ ਵਿੱਚ ਫ੍ਰੈਂਚ ਭਾਸ਼ਾ ਸਮੱਗਰੀ ਕੋਟੇ ਨੂੰ ਕਿਊਬੈਕ ਵਿੱਚ ਹੀ ਨਿਰਮਿਤ ਹੋਣ ਤੱਕ ਸੀਮਿਤ ਨਹੀਂ ਕੀਤਾ ਗਿਆ ਹੈ। ਲੈਕੋਂਬੇ ਅਨੁਸਾਰ ਕਿਊਬੈਕ ਵਿੱਚ ਲੋਕ ਜੋ ਸੰਗੀਤ ਸੁਣਦੇ ਹਨ ਉਸ ਵਿੱਚੋਂ ਸਿਰਫ 8.5% ਹੀ ਫ੍ਰੈਂਚ ਵਿੱਚ ਹੈ ਅਤੇ ਇਹ ਬਹੁਤ ਘੱਟ ਹੈ। ਉਹਨਾਂ ਨੇ ਕਿਹਾ ਕਿ ਉਹ ਨੌਜਵਾਨ ਪੀੜ੍ਹੀ ਲਈ ਇਸ ਰੁਝਾਨ ਨੂੰ ਉਲਟਾਉਣਾ ਚਾਹੁੰਦੇ ਹਨ। ਹਾਲਾਂਕਿ ਇਹ ਬਿੱਲ ਉਹਨਾਂ ਡਿਜੀਟਲ ਪਲੇਟਫਾਰਮਾਂ ਉੱਤੇ ਲਾਗੂ ਨਹੀਂ ਹੋਵੇਗਾ ਜਿਨ੍ਹਾਂ ਦਾ ਮੁੱਖ ਮਕਸਦ ਮੂਲ ਨਿਵਾਸੀ ਸਮੱਗਰੀ ਪੇਸ਼ ਕਰਨਾ ਹੈ। ਸਰਕਾਰ ਇਹ ਕਾਨੂੰਨ ਅਜਿਹੇ ਸਮੇਂ ਲਿਆ ਰਹੀ ਹੈ ਜਦੋਂ ਕੈਨੇਡਾ ਦੀ ਬ੍ਰਾਡਕਾਸਟ ਸੰਸਥਾ ਨੇ ਫੈਸਲਾ ਕਰਨ ਲਈ ਪਬਲਿਕ ਹੀਅਰਿੰਗ ਸ਼ੁਰੂ ਕੀਤੀ ਹੈ ਕਿ ਕੈਨੇਡੀਅਨ ਸਮੱਗਰੀ ਦਾ ਅਸਲ ਮਤਲਬ ਕੀ ਹੋਣਾ ਚਾਹੀਦਾ ਹੈ ਤਾਂ ਜੋ ਨਵੇਂ ਆਨਲਾਈਨ ਸਟ੍ਰੀਮਿੰਗ ਕਾਨੂੰਨ ਨੂੰ ਢੰਗ ਨਾਲ ਲਾਗੂ ਕੀਤਾ ਜਾ ਸਕੇ। ਕੈਨੇਡਾ ਪੋਸਟ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਦੁਆਰਾ ਸੰਭਾਵੀ ਹੜਤਾਲ ਨੂੰ ਮੁਲਤਵੀ ਕਰਨ ਦੀ ਪੇਸ਼ਕਸ਼ ਉੱਤੇ ਸਹਿਮਤ ਨਹੀਂ ਹੋਈ ਹੈ। ਵਾਰਤਾਕਾਰ ਜਿਮ ਗੈਲੈਂਟ ਦੇ ਅਨੁਸਾਰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਸ ਨੇ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੀ ਸੰਭਾਵੀ ਹੜਤਾਲ ਉੱਤੇ 2 ਹਫ਼ਤਿਆਂ ਦੀ ਰੋਕ ਦਾ ਪ੍ਰਸਤਾਵ ਰੱਖਿਆ ਸੀ। ਡਾਕ ਅਦਾਰੇ ਨੇ ਆਪਣੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਨੂੰ ਇੱਕ ਨਵੀਂ ਪੇਸ਼ਕਸ਼ ਕੀਤੀ ਹੈ। ਡਾਕ ਵਰਕਰ ਸ਼ੁੱਕਰਵਾਰ ਤੋਂ ਹੜਤਾਲ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ। 6 ਮਹੀਨਿਆਂ ਵਿੱਚ ਇਹ ਦੂਜੀ ਵਾਰੀ ਹੈ ਜਦੋਂ ਯੂਨੀਅਨ ਨੇ ਹੜਤਾਲ ਦੀ ਕਾਰਵਾਈ ਦੀ ਤਿਆਰੀ ਖਿੱਚੀ ਹੈ। ਕੈਨੇਡਾ ਪੋਸਟ ਦਾ ਨਵਾਂ ਪ੍ਰਸਤਾਵ ਜੋ ਕਿ ਯੂਨੀਅਨ ਦੀਆਂ ਸ਼ਹਿਰੀ ਅਤੇ ਪੇਂਡੂ ਉਪਨਗਰੀ ਸੌਦੇਬਾਜ਼ੀ ਇਕਾਈਆਂ ਲਈ ਹੈ 4 ਸਾਲਾਂ ਦੀ ਮਿਆਦ ਦੌਰਾਨ 13.59% ਤਨਖਾਹ ਵਾਧੇ ਦਾ ਪ੍ਰਸਤਾਵ ਰੱਖਦਾ ਹੈ। ਅਦਾਰੇ ਨੇ ਅਗਲੇ ਸਮੂਹਿਕ ਸਮਝੌਤੇ ਵਿੱਚ 6 ਨਿੱਜੀ ਦਿਨਾਂ ਦਾ ਪ੍ਰਸਤਾਵ ਵੀ ਰੱਖਿਆ ਹੈ ਅਤੇ ਜਿਸ ਨੂੰ ਇਸ ਦੇ ਥੋੜੇ ਸਮੇਂ ਦੀ ਅਪੰਗਤਾ ਛੁੱਟੀ ਉੱਤੇ ਰਹਿਣ ਵਾਲਿਆਂ ਲਈ ਬਿਹਤਰ ਆਮਦਨ ਬਦਲ ਵਜੋਂ ਦਰਸਾਇਆ ਹੈ। ਬੁਲਾਰਨ ਲੀਜ਼ਾ ਲਿਊ ਦੁਆਰਾ ਸਾਂਝੇ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਰਪੋਰੇਸ਼ਨ ਨੇ ਲਚਕਤਾ ਵਧਾਉਣ ਅਤੇ ਕੈਨੇਡਾ ਪੋਸਟ ਨੂੰ ਆਪਣੀਆਂ ਵਿੱਤੀ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਮਦਦ ਕਰਨ ਲਈ ਅਤੇ ਡਿਲੀਵਰੀ ਮਾਡਲ ਵਿੱਚ ਮਹੱਤਵਪੂਰਨ ਬਦਲਾਅ ਦਾ ਪ੍ਰਸਤਾਵ ਰੱਖਿਆ ਹੈ। ਕੈਨੇਡਾ ਪੋਸਟ ਯੂਨੀਅਨ ਨੂੰ ਆਪਣੀ ਪਿਛਲੀ ਪੇਸ਼ਕਸ਼ ਵਿੱਚ ਕੀਤੇ ਗਏ ਪ੍ਰਸਤਾਵ ਨੂੰ ਵਾਪਸ ਲੈ ਰਹੀ ਹੈ, ਜਿਸ ਵਿੱਚ ਇੱਕ ਨਵੀਂ ਹੈਲਥ ਬੈਨੀਫਿਟ ਯੋਜਨਾ, ਸੇਵਾ ਮੁਕਤੀ ਤੋਂ ਬਾਅਦ ਦੇ ਬੈਨੀਫਿਟਸ ਵਿੱਚ ਬਦਲਾਅ ਅਤੇ ਨਵੇਂ ਮੁਲਾਜ਼ਮਾਂ ਨੂੰ ਆਪਣੀ ਨਿਰਧਾਰਿਤ ਪੈਨਸ਼ਨ ਬੈਨੀਫਿਟ ਯੋਜਨਾ ਵਿੱਚ ਸ਼ਾਮਲ ਕਰਨਾ ਹੈ। ਇਹ ਪੇਸ਼ਕਸ਼ ਕੈਨੇਡਾ ਪੋਸਟ ਵੱਲੋਂ ਪਿਛਲੇ ਹਫ਼ਤੇ ਇੱਕ ਨਵੇਂ ਸਮੂਹਿਕ ਸਮਝੌਤੇ ਉੱਤੇ ਗੱਲਬਾਤ ਨੂੰ ਰੋਕਣ ਤੋਂ ਬਾਅਦ ਆਈ ਹੈ। ਬੁਲਾਰੇ ਨੇ ਕਿਹਾ, ਹਫ਼ਤੇ ਪਹਿਲਾਂ ਕੈਨੇਡਾ ਪੋਸਟ ਤੀਜੀ ਵਾਰ ਸੌਦੇਬਾਜ਼ੀ ਤੋਂ ਦੂਰ ਹੋਈ। ਦੇਰੀ ਨੂੰ ਦੇਖਦੇ ਹੋਏ ਅਸੀਂ ਉਮੀਦ ਕਰਦੇ ਹਾਂ ਕਿ ਇਹ ਪੇਸ਼ਕਸ਼ਾਂ ਸਾਰਥਕ ਹੋਣਗੀਆਂ ਤੇ ਕਾਮਿਆਂ ਦੇ ਨਾਲ-ਨਾਲ ਉਹਨਾਂ ਭਾਈਚਾਰਿਆਂ ਦੀਆਂ ਜ਼ਰੂਰਤਾਂ ਦਾ ਸਨਮਾਨ ਕਰਨਗੀਆਂ ਜਿਨ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ।
ਪੇਸ਼ਕਸ਼ਾਂ ਹੁਣ ਅਤੇ ਭਵਿੱਖ ਦੋਵਾਂ ਲਈ ਇੱਕ ਮਜ਼ਬੂਤ ਜਨਤਕ ਡਾਕਘਰ ਨੂੰ ਯਕੀਨੀ ਬਣਾਉਣ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਕੈਨੇਡਾ ਪੋਸਟ ਅਤੇ ਯੂਨੀਅਨ ਵਿਚਕਾਰ ਗੱਲਬਾਤ ਦੌਰਾਨ ਵੀਕਐਂਡ ਡਿਲੀਵਰੀ ਵਿਵਾਦ ਦਾ ਵਿਸ਼ਾ ਰਹੀ ਹੈ। ਕੈਨੇਡਾ ਪੋਸਟ ਇਸ ਵੇਲੇ ਵੀਕਐਂਡ ਉੱਤੇ ਕੰਮ ਨਹੀਂ ਕਰਦੀ ਤੇ ਦੋਵੇਂ ਧਿਰਾਂ ਆਪਣੇ ਕੰਮਕਾਜ ਦਾ ਵਿਸਤਾਰ ਕਰਨਾ ਚਾਹੁੰਦੀਆਂ ਹਨ, ਪਰ ਵੇਰਵਿਆਂ ਉੱਤੇ ਅਸਹਿਮਤੀ ਹੈ। ਜਿੱਥੇ ਕੰਪਨੀ ਸ਼ਨੀਵਾਰ ਅਤੇ ਐਤਵਾਰ ਦੀਆਂ ਸ਼ਿਫਟਾਂ ਲਈ ਪਾਰਟ ਟਾਈਮ ਕਾਮਿਆਂ ਨੂੰ ਰੱਖਣਾ ਚਾਹੁੰਦੀ ਹੈ, ਯੂਨੀਅਨ ਫੁੱਲ ਟਾਈਮ ਪੱਕੇ ਮੁਲਾਜ਼ਮਾਂ ਕੋਲੋਂ ਇਹ ਕੰਮ ਕਰਾਉਣ ਲਈ ਜ਼ੋਰ ਦਿੰਦੀ ਹੈ। ਯੂਨੀਅਨ ਦੀ ਦਲੀਲ ਹੈ ਕਿ ਕੈਨੇਡਾ ਪੋਸਟ ਗਿਗ ਵਰਕ ਯਾਨੀ ਠੇਕੇ ਉੱਤੇ ਕਰਾਏ ਜਾਣ ਵਾਲੇ ਕੰਮ ਨੂੰ ਆਪਣੇ ਬਿਜ਼ਨਸ ਮਾਡਲ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਨੇ ਜਨਵਰੀ ਵਿੱਚ ਐਲਾਨ ਕੀਤਾ ਸੀ ਕਿ ਉਹ ਕੈਨੇਡਾ ਪੋਸਟ ਨੂੰ ਦਿਵਾਲੀਏਪਨ ਤੋਂ ਬਚਾਉਣ ਲਈ $1 ਬਿਲੀਅਨ ਤੋਂ ਵੱਧ ਦੇ ਮੁੜ ਭੁਗਤਾਨਯੋਗ ਫੰਡ ਉਧਾਰ ਦੇਵੇਗੀ। ਕੈਨੇਡਾ ਵਿੱਚ ਚੱਲਦੇ ਟਰੱਕ ਦੇ ਪਹੀਏ ਖੁੱਲਣ, ਹਿੱਟ ਐਂਡ ਰਨ ਅਤੇ ਟਰੈਕਟਰ ਉੱਤੇ ਖੇਤਾਂ ਵੱਲ ਜਾ ਰਹੇ ਕਿਸਾਨ ਦੀ ਰੇਲ ਗੱਡੀ ਨਾਲ ਟੱਕਰ ਦੇ ਮਾਮਲੇ ਸਾਹਮਣੇ ਆਏ ਹਨ। ਟਰੱਕ ਦੇ ਟਾਇਰ ਖੁੱਲਣ ਦਾ ਪਹਿਲਾ ਹਾਦਸਾ ਓਨਟਾਰੀਓ ਦੇ ਮੈਟਿਸਵੈਲ ਕੋਰਟ ਇਲਾਕੇ ਵਿੱਚ ਹਾਈਵੇ 11 ਉੱਤੇ ਵਾਪਰਿਆ ਅਤੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਬਰੈਂਪਟਨ ਦੇ ਡਰਾਈਵਰ ਸਣੇ ਮਿਸੀਸਾਗਾ ਦੀ ਟਰਾਂਸਪੋਰਟ ਕੰਪਨੀ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਜੇਮਸ ਵੇ ਦੀ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਦੱਸਿਆ ਕਿ ਮੈਟਿਸਵੈਲ ਕੋਰਟ ਇਲਾਕੇ ਵਿੱਚ ਗਸ਼ਤ ਦੌਰਾਨ ਇੱਕ ਕਮਰਸ਼ੀਅਲ ਮੋਟਰ ਵਹੀਕਲ ਦੇ 2 ਪਹੀਏ ਖੁੱਲ ਕੇ ਹਾਈਵੇ ਦੇ ਦੂਜੇ ਪਾਸੇ ਚਲੇ ਗਏ। ਟਰੱਕ ਦੇ ਐਕਸਲ ਵਿੱਚੋਂ ਅੱਗ ਵੀ ਨਿਕਲੀ, ਜਿਸ ਨੂੰ ਤੁਰੰਤ ਬੁਝਾ ਦਿੱਤਾ ਗਿਆ। ਬਰੈਂਪਟਨ ਦੇ 27 ਸਾਲਾ ਡਰਾਈਵਰ ਵਿਰੁੱਧ ਵੱਡੇ ਨੁਕਸ ਵਾਲਾ ਕਮਰਸ਼ੀਅਲ ਮੋਟਰ ਵਹੀਕਲ ਚਲਾਉਣ, ਰੋਜ਼ਾਨਾ ਪੜਤਾਲ ਰਿਪੋਰਟ ਮੁਕੰਮਲ ਕਰਨ ਵਿੱਚ ਅਸਫਲ ਰਹਿਣ, ਟਰੱਕ ਦੇ ਟਾਇਰ ਖੁੱਲਣ ਅਤੇ ਟਰੱਕ ਉੱਤੇ ਕੋਈ ਨਾਮ ਨਾ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮਿਸੀਸਾਗਾ ਦੀ ਟਰਾਂਸਪੋਰਟੇਸ਼ਨ ਕੰਪਨੀ ਦੇ ਮਾਲਕ ਵਿਰੁੱਧ ਟਰੱਕ ਦੇ ਪਹੀਏ ਖੁੱਲਣ ਅਤੇ ਤੈਅ ਮਾਪਦੰਡਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਦੇ ਦੋਸ਼ ਲਾਏ ਗਏ ਹਨ। ਓਨਟਾਰੀਓ ਪੁਲਿਸ ਨੇ ਟਰੱਕ ਡਰਾਈਵਰਾਂ ਨੂੰ ਚੇਤੇ ਕਰਵਾਇਆ ਕਿ ਡੇਲੀ ਇਨਸਪੈਕਸ਼ਨ ਰਿਪੋਰਟ ਲਾਜ਼ਮੀ ਤੌਰ ਉੱਤੇ ਹੋਵੇ ਅਤੇ ਕੋਈ ਵੀ ਨੁਕਸ ਨਜ਼ਰ ਆਉਣ ਤੇ ਇਸ ਨੂੰ ਤੁਰੰਤ ਠੀਕ ਕਰਵਾਇਆ ਜਾਵੇ। ਚੱਲਦੇ ਟਰੱਕ ਦੇ ਪਹੀਏ ਖੁੱਲਣ ਵਰਗੇ ਹਾਦਸੇ ਸੜਕ ਤੋਂ ਲੰਘਦੇ ਹੋਰਨਾਂ ਲੋਕਾਂ ਵਾਸਤੇ ਖਤਰਨਾਕ ਸਾਬਤ ਹੋ ਸਕਦੇ ਹਨ। ਦੂਜੇ ਪਾਸੇ ਸਿਮਕੋ ਕਾਉਂਟੀ ਦੇ ਨਿਊ ਟੈਕਮਸੈਥ ਕਸਬੇ ਵਿੱਚ ਸੀਪੀ ਰੇਲ ਅਤੇ ਟਰੈਕਟਰ ਦੀ ਟੱਕਰ ਮਗਰੋਂ ਇੱਕ ਜਣੇ ਨੂੰ ਨਾਜ਼ੁਕ ਹਾਲਤ ਵਿੱਚ 에ਅਰ ਐਂਬੂਲੈਂਸ ਰਾਹੀਂ ਟਰੋਮਾ ਸੈਂਟਰ ਲਿਜਾਇਆ ਗਿਆ। ਹਾਦਸੇ ਦੇ ਮੱਦੇਨਜ਼ਰ 11ਵੀਂ ਅਤੇ 12ਵੀਂ ਲਾਈਨ ਉੱਤੇ ਰੇਲ ਆਵਾਜਾਈ ਕਈ ਘੰਟੇ ਠੱਪ ਰਹੀ। ਇਸੇ ਦੌਰਾਨ ਟੋਰਾਂਟੋ ਦੇ ਪੂਰਬੀ ਇਲਾਕੇ ਵਿੱਚ ਸੜਕ ਪਾਰ ਕਰ ਰਹੇ ਇੱਕ ਸ਼ਖਸ ਨੂੰ ਕਾਰ ਵੱਲੋਂ ਟੱਕਰ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਲੈਸਲੀਵਿਲ ਇਲਾਕੇ ਵਿੱਚ ਕੁਈਨ ਸਟਰੀਟ ਅਤੇ ਜੌਨਸ ਐਵੇਨਿਊ ਨੇੜੇ ਹਿੱਟ ਐਂਡ ਰਨ ਵਾਲਾ ਇਹ ਹਾਦਸਾ ਸੋਮਵਾਰ ਅੱਧੀ ਰਾਤ ਵੇਲੇ ਵਾਪਰਿਆ। ਰਾਹਗੀਰ ਦੀ ਹਾਲਤ ਬੇहद ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟੋਰਾਂਟੋ ਪੁਲਿਸ ਵੱਲੋਂ ਫਿਲਹਾਲ ਗੱਡੀ ਜਾਂ ਇਸ ਦੇ ਡਰਾਈਵਰ ਨਾਲ ਸੰਬੰਧਿਤ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਅਤੇ ਉਸ ਨੂੰ ਖੁਦ ਹੀ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਇਜ਼ਰਾਈਲੀ ਦੂਤਘਰ ਦੇ 2 ਕਰਮਚਾਰੀਆਂ ਦੀ ਬੁੱਧਵਾਰ ਸ਼ਾਮ ਨੂੰ ਇੱਕ ਯਹੂਦੀ ਅਜਾਇਬ ਘਰ ਨੇੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਟਾਈਮਜ਼ ਆਫ ਇਜ਼ਰਾਈਲ ਦੇ ਮੁਤਾਬਕ ਹਮਲਾਵਰ ਨੇ ਫ੍ਰੀ ਫਲਸਤੀਨ ਦਾ ਨਾਰਾ ਲਗਾ ਕੇ ਦੋਵਾਂ ਕਰਮਚਾਰੀਆਂ ਦੇ ਨੇੜੇ ਆ ਕੇ ਗੋਲੀ ਮਾਰੀ ਹੈ। ਮ੍ਰਿਤਕਾਂ ਵਿੱਚ ਇੱਕ ਮਰਦ ਤੇ ਇੱਕ ਔਰਤ ਸ਼ਾਮਲ ਹਨ। ਹਮਲੇ ਦੌਰਾਨ ਦੋਵਾਂ ਕਰਮਚਾਰੀਆਂ ਨੂੰ ਕੈਪੀਟਲ ਯਹੂਦੀ ਮਿਊਜ਼ੀਅਮ ਤੋਂ ਬਾਹਰ ਨਿਕਲਦੇ ਸਮੇਂ ਹਮਲਾਵਰ ਦੇ ਵੱਲੋਂ ਗੋਲੀ ਮਾਰੀ ਗਈ। ਇਜ਼ਰਾਈਲੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਦੋਵਾਂ ਨੇ ਹਾਲ ਹੀ ਵਿੱਚ ਸਗਾਈ ਕੀਤੀ ਸੀ ਤੇ ਜਲਦ ਹੀ ਵਿਆਹ ਕਰਨ ਵਾਲੇ ਸਨ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦੀ ਪਛਾਣ ਏਲੀਆਸ ਰੋਡਰੀਗੇਜ਼ ਦੇ ਰੂਪ ਵਿੱਚ ਹੋਈ ਹੈ। ਉਸ ਦੀ ਉਮਰ 30 ਸਾਲ ਹੈ। ਉਹ ਸ਼ਿਕਾਗੋ ਦਾ ਰਹਿਣ ਵਾਲਾ ਹੈ। ਗ੍ਰਿਫਤਾਰੀ ਦੌਰਾਨ ਉਹ ਫਿਲਸਤੀਨ ਨੂੰ ਆਜ਼ਾਦ ਕਰਨ ਦੇ ਨਾਅਰੇ ਲਗਾ ਰਿਹਾ ਸੀ। ਪੁਲਿਸ ਮੁਖੀ ਪਾਮੇਲਾ ਸਮਿਥ ਨੇ ਕਿਹਾ ਕਿ ਗੋਲੀਬਾਰੀ ਤੋਂ ਪਹਿਲਾਂ ਇੱਕ ਸ਼ੱਕੀ ਨੂੰ ਮਿਊਜ਼ੀਅਮ ਦੇ ਬਾਹਰ ਘੁੰਮਦੇ ਦੇਖਿਆ ਗਿਆ ਸੀ। ਉਸਨੇ ਬਾਹਰ ਨਿਕਲ ਰਹੇ 4 ਲੋਕਾਂ ਦੇ ਗਰੁੱਪ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਇੱਕ ਮਰਦ ਅਤੇ ਇੱਕ ਔਰਤ ਦੀ ਮੌਤ ਹੋ ਗਈ। ਘਟਨਾ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕੇ ਵਿੱਚ ਹੋਈ ਹੈ, ਜਿੱਥੇ ਕਈ ਮਿਊਜ਼ੀਅਮ, ਸਰਕਾਰੀ ਦਫ਼ਤਰ ਤੇ FBI ਦਾ ਦਫ਼ਤਰ ਵੀ ਮੌਜੂਦ ਹੈ। ਅਮਰੀਕਾ ਦੀ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਮ ਨੇ ਕਿਹਾ ਕਿ ਇਹ ਟਾਰਗੇਟ ਕਿਲਿੰਗ ਜਿਹੀ ਘਟਨਾ ਹੈ। ਫਿਲਹਾਲ ਘਟਨਾ ਦੀ ਜਾਂਚ ਚੱਲ ਰਹੀ ਹੈ ਤੇ ਜਲਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਹਨਾਂ ਨੇ ਲੋਕਾਂ ਤੋਂ ਪੀੜਤਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਵਿੱਚ ਇਜ਼ਰਾਈਲ ਦੇ ਰਾਜਦੂਤ ਡੈਨੀ ਡੈਨਨ ਨੇ ਇਸ ਹਮਲੇ ਨੂੰ ਯਹੂਦੀ ਵਿਰੋਧੀ ਅੱਤਵਾਦ ਦੱਸਿਆ ਹੈ। ਉਹਨਾਂ ਕਿਹਾ ਕਿ ਇਹ ਪੂਰੇ ਯਹੂਦੀ ਭਾਈਚਾਰੇ ਉੱਤੇ ਹਮਲਾ ਹੈ। ਉਹਨਾਂ ਨੇ ਅਮਰੀਕਾ ਤੋਂ ਦੋਸ਼ੀਆਂ ਖਿਲਾਫ ਸਖਤ ਐਕਸ਼ਨ ਦੀ ਅਪੀਲ ਕੀਤੀ ਹੈ। ਇਜ਼ਰਾਈਲੀ ਦੂਤਾਵਾਸ ਦੇ ਬੁਲਾਰੇ ਨੇ ਦੱਸਿਆ ਕਿ ਦੋਵੇਂ ਕਰਮਚਾਰੀ ਇੱਕ ਯਹੂਦੀ ਸਮਾਗਮ ਵਿੱਚ ਹਿੱਸਾ ਲੈ ਰਹੇ ਸਨ। ਉਸ ਸਮੇਂ ਉਹਨਾਂ ਨੂੰ ਨੇੜਿਓਂ ਗੋਲੀ ਮਾਰੀ ਗਈ। ਇਸ ਦੌਰਾਨ ਅਮਰੀਕਾ ਵਿੱਚ ਇਜ਼ਰਾਈਲ ਦੇ ਰਾਜਦੂਤ ਉੱਥੇ ਮੌਜੂਦ ਨਹੀਂ ਸਨ। ਪੁਲਿਸ ਨੇ ਲੋਕਾਂ ਨੂੰ ਉਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ ਜਿੱਥੇ ਇਹ ਹਮਲਾ ਹੋਇਆ ਹੈ। ਹਾਲਾਂਕਿ FBI ਨੇ ਕਿਹਾ ਕਿ ਹਾਲਾਤ ਕੰਟਰੋਲ ਵਿੱਚ ਹਨ। FBI ਚੀਫ ਕਾਸ਼ ਪਟੇਲ ਨੇ ਕਿਹਾ ਕਿ ਮੈਨੂੰ ਤੇ ਮੇਰੀ ਟੀਮ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਹੈ। ਅਸੀਂ ਇਸ ਉੱਤੇ ਕੰਮ ਕਰ ਰਹੇ ਹਾਂ। ਤੁਹਾਨੂੰ ਜਲਦ ਹੀ ਇਸ ਬਾਰੇ ਹੋਰ ਜਾਣਕਾਰੀ ਦੇਵਾਂਗੇ। ਅਮਰੀਕਨ ਯਹੂਦੀ ਕਮੇਟੀ ਦੇ CEO ਟੈਡ ਟਿਊਚ ਨੇ ਕਿਹਾ ਕਿ ਇਹ ਸਮਾਗਮ ਉਹਨਾਂ ਦੀ ਸੰਸਥਾ ਨੇ ਆਯੋਜਿਤ ਕੀਤਾ ਸੀ। ਉਹ ਇਸ ਘਟਨਾ ਤੋਂ ਬੇहद ਦੁਖੀ ਹਨ।
ਅਮਰੀਕੀ ਰਾਸ਼ਟਰਪਤੀ ਟਰੰਪ ਤੇ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਫੋਸਾ ਵਿਚਾਲੇ ਵਾਈਟ ਹਾਊਸ ਵਿੱਚ ਮੀਡੀਆ ਸਾਹਮਣੇ ਤਿੱਖੀ ਬਹਿਸ ਹੋਈ। ਟਰੰਪ ਨੇ ਦੋਸ਼ ਲਗਾਇਆ ਕਿ ਸਾਊਥ ਅਫਰੀਕਾ ਵਿੱਚ ਗੋਰੇ ਕਿਸਾਨਾਂ ਦਾ ਨਰਸੰਹਾਰ ਕੀਤਾ ਜਾ ਰਿਹਾ ਹੈ। ओवल दफ्तर विच मीटिंग दौरान ट्रंप ने एक वीडियो नूं सबूत के तौर उत्ते दिखाउंदे होए दावा किया कि साउथ अफ्रीका विच गोरे लोकां नूं वड्डे पैमाने उत्ते टारगेट किया जा रहा है। इस कारण किसान अमरीका वल भज रहे हैं। रामफोसा नूं इस दे खिलाफ कदम चुकने चाहिए हैं। हालांकि रामफोसा ने दावियां दा खंडन करते हुए कहा कि नरसंहार दे दोष झूठे हैं। उन्होंने कहा कि साउथ अफ्रीका विच सारियां नस्लां दे लोक हिंसा तो पीड़ित हैं। इन्हां विच ज़्यादातर काले हैं। उत्थे सिर्फ गोरे लोकां नूं नहीं सताया जा रहा है। ट्रंप ने इस तो इनकार करते हुए कहा कि सिर्फ गोरे लोगों को ही सताया जा रहा है। रामफोसा ने ट्रंप नूं कतर सरकार तो तोहफे विच मिले जहाज़ उत्ते भी तंज कस्या। उन्होंने कहा कि मैनू माफ़ करो, मेरे कोल तुहानू देण लई कोई जहाज़ नहीं है। इस उत्ते ट्रंप ने भी उसी तरह जवाब दिता। उन्होंने कहा कि काश तुहाडे कोल हुंदा ते मैं लै लैंदा। दोवां राष्ट्रपतियों विचाले दोस्ताना माहौल दे विच गलबात दी शुरुआत हुंदी है और दोवां ने गोल्फ के बारे गल की। ट्रंप ने अफ्रीका विच लोकां दे गोल्फ खेडण दे टैलेंट की तारीफ की। साउथ अफ्रीका के राष्ट्रपति रामफोसा ने फिर टी शब्द का जिक्र करदिया दोवां देशां विचाले ट्रेड उत्ते चर्चा करने की कोशिश की। उन्होंने एक मिनरल डील का भी जिक्र किया। दोवां आगुआं विच गल ठीक चल रही सी कि अचानक ट्रंप ने स्टाफ नूं वीडियो चलाउण दे लई लाइट्स बंद करन नूं कहा, जिस तो बाद रामफोसा चौंक गए। जदों वीडियो शुरू हुई तां रामफोसा ने ट्रंप नूं इशारे विच सवाल किया कि एक की है। हालांकि ट्रंप ने उन्होंने इंतजार करने का इशारा किया। अमरीकी राष्ट्रपति डोनाल्ड ट्रंप ने बुधवार नूं फिर दावा किया कि उन्होंने भारत ते पाकिस्तान विचाले हाल ही विच होए संघर्ष नूं सुलझाया है। ट्रंप ने कहा कि मैनूं लगदा है कि मैं बिजनेस के जरिए इस विवाद नूं सुलझाया है। अमरीका भारत ते पाकिस्तान दोवां दे नाल वड्डे सौदे कर रहा है। ट्रंप ने दावा दक्षिणी अफ्रीका के राष्ट्रपति सिरिल रामफोसा दे नाल व्हाइट हाउस विच बैठक दौरान किया। उन्होंने कहा कि भारत पाकिस्तान विचाले हमला होर भी ज़्यादा खतरनाक ते बदतर हुंदा जा रहा सी। किसी नूं तां इस नूं अंजाम उत्ते पहुंचाउणा ही सी। असीं उन्हां नाल गलबात कीती। अमरीकी राष्ट्रपति ने अगे कहा कि मैं दोवां देशां नूं कहा कि तुसीं लोग की कर रहे हो। पाकिस्तान विच कुछ बेहतरीन ते कुछ बहुत चंगे ते महान नेता हैं। भारत के प्रधानमंत्री मोदी मेरे दोस्त हैं। इस उत्ते दक्षिणी अफ्रीका के राष्ट्रपति ने कहा कि कॉमन फ्रेंड मोदी साडे भी दोस्त हैं। फिर ट्रंप ने कहा कि वह एक महान शख्स है। भारत पाकिस्तान विचाले 10 मई नूं सीज़ फायर होया सी। ट्रंप ने सोशल मीडिया एक्स उत्ते सब तो पहला इसकी जानकारी दी सी। इस तो बाद वो वार-वार दावा करते रहे हैं कि उन्होंने भारत ते पाकिस्तान विचाले तनाव दे सुलझाउण विच मदद की है। हालांकि 15 मई नूं उन्होंने कहा सी कि मैं दोवां देशां दे विचाले विचोलगी नहीं कराई, सगों सिर्फ मदद की है। ट्रंप का पहला बयान 10 मई नूं सामने आया, जिस विच ट्रंप ने कहा कि भारत पाकिस्तान सीज़ फायर लई राजी हो गए हैं। मैं दोवां देशां नूं कॉमन सेंस समझदारी नाल भरे फैसले लैण लई वधाई दिंदा हां। ट्रंप ने दूजा बयान 11 मई नूं दिता, जिस विच उन्होंने कहा कि मैनूं भारत ते पाकिस्तान की मजबूत लीडरशिप उत्ते माण है, जिन्हां ने ताकत समझदारी ते हिम्मत दिखा के यह फैसला लिया कि हुण मौजूदा तणाव नूं रोकण दा समां है। नाल ही मैं दोवां दे नाल मिल के ये देखण दी कोशिश करांगा कि 1000 साल बाद कश्मीर मुद्दे का हल कढ़िया जा सकता है। तीजे बयान विच ट्रंप ने कहा कि मैं परमाणु जंग रोक दी है। अमरीका ने दोवां देशां विचाले सीज़ फायर कराउण विच मदद की है। मैनूं यकीन है कि इस सीज़ फायर स्थाई होवेगी। दोवां देशां कोल बहुत सारे परमाणु हथियार हैं। इस नाल एक भयानक परमाणु जंग छिड़ सकती है। चौथे बयान विच ट्रंप ने कहा कि दोवां देशां विचाले सीज़ फायर विच विचोलगी लई मैं काफ़ी हद तक बिजनेस का इस्तेमाल किया। मेरा सब तो वड्डा सपना शांति स्थापित करना है। मैं वंड नहीं एकता चाहुंदा हां। पंजवें बयान विच ट्रंप ने कहा कि मैं दोवां देशां विचाले विचोलगी नहीं की, पर मैं मदद की है। मैं ये नहीं कहता कि ये मैं किया, पर यह पक्का है कि पिछले हफ्ते भारत पाकिस्तान विचाले जो होया मैं उसनूं सैटल करन विच मदद की। छेवें बयान विच ट्रंप ने कहा कि हालात बहुत गंभीर हो गए सन। अगला कदम की हुंदा तुसीं जाणदे हो। एन वर्ड भाव न्यूक्लीयर वॉर। मैं दोवां नाल जंग रोकण दे बदले उन्हां नाल वपार करन दा प्रस्ताव रखिया सी। उत्थे ही भारत सरकार पाकिस्तान नाल सीज़ फायर नूं लैके अमरीकी राष्ट्रपति दे दावियां दा खंडन कर रही है। ये सन हुण तक दीआं मुख खबरां ते जांदे जांदे झात पाउंदे अज दीआं खास खबरां उत्ते। पंजाबी विद्यार्थियों लिए कैनेडा के दरवाजे बंद। स्टडी ते वर्क परमिटां विच कीती गई वड्डी कटौती। G7 देशों के वित्त मंत्री 3 रोज़ा सम्मेलन लई बैंफ पुजे। अर्थव्यवस्था यूक्रेन अते AI उत्ते करनगे चर्चा। ओंटारियो ते क्यूबैक विच बैल दीआं सेवावां बहाल होईयां। लैंडलाइन ते मोबाइल इंटरनेट सेवावां प्रभावित होईयां सन।
ਸਟ੍ਰੀਮਿੰਗ ਪਲੇਟਫਾਰਮਾਂ ਵਾਸਤੇ ਫ੍ਰੈਂਚ ਭਾਸ਼ਾ ਵਿੱਚ ਸਮੱਗਰੀ ਲਈ ਕੋਟਾ ਨਿਰਧਾਰਤ ਨਵਾਂ ਕਾਨੂੰਨ ਸਪੋਟੀਫਾਈ ਅਤੇ ਨੈਟਫਲਿਕਸ ਵਰਗੀਆਂ ਸੇਵਾਵਾਂ ਉੱਤੇ ਹੋਵੇਗਾ ਲਾਗੂ। ਇਸੇ ਦੇ ਨਾਲ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ।